हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਮੀਡੀਅਲ ਹਿਸਟਰੀ ਆਪਾਂ ਸਟਾਰਟ ਕਰੀ ਹੋਈ ਹੈ। ਤੁਗਲਕ ਵੰਸ਼ ਜਿਹੜਾ ਟੌਪਿਕ ਹੈ ਆਪਣਾ ਚੱਲ ਰਿਹਾ ਹੈ। ਸੋ ਇਹਦੇ ਨਾਲ ਸੰਬੰਧਿਤ ਜਿੰਨੇ ਵੀ MCQ ਪ੍ਰਸ਼ਨ ਉੱਤਰ ਹੈ ਉਹ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਅਗਲਾ ਭਾਗ ਲੈਕਚਰ 8 ਲੈ ਕੇ ਆਏ ਹਾਂ। ਸੋ ਇਸ ਤੋਂ ਪਹਿਲਾਂ ਏਸ਼ੀਅਨ ਹਿਸਟਰੀ ਪ੍ਰਾਚੀਨ ਭਾਰਤੀ ਇਤਿਹਾਸ ਉਸ ਦੇ ਟੌਪਿਕ ਜਿੰਨੇ ਬਣਦੇ ਸੀ, ਜਿੰਨੇ ਪ੍ਰਸ਼ਨ ਉੱਤਰ ਬਣਦੇ ਸੀ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਨੇ। ਜਿਨ੍ਹਾਂ ਨੇ ਹਾਲੇ ਤੱਕ ਉਹ ਭਾਗ ਰੀਡ ਨਹੀਂ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ, ਉੱਥੇ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 161 ਤੋਂ ਸਟਾਰਟ ਕਰਾਂਗੇ। ਸ਼ੁੱਧ ਤਾਂਬੇ ਦੇ ਅਰਬੀ ਸਿੱਕੇ ਜਾਰੀ ਕਰਨ ਵਾਲਾ ਪਹਿਲਾ ਸੁਲਤਾਨ ਕਿਹੜਾ ਸੀਗਾ? ਇਲਤੁਤਮਿਸ, ਬਲਬਨ, ਫਿਰੋਜ਼ ਸ਼ਾਹ ਤੁਗਲਕ ਜਾਂ ਕੁਤਬਦੀਨ ਐਬਕ। ਤਾਂ ਇਹ ਸ਼ਾਸਕ ਸੀਗਾ ਜਿਹੜਾ ਸ਼ੁੱਧ ਤਾਂਬੇ ਦੇ ਅਤੇ ਅਰਬੀ ਦੇ ਸਿੱਕੇ ਆ ਜਿਹੜੇ ਜਾਰੀ ਕੀਤੇ ਸੀ, ਉਹ ਇਲਤੁਤਮਿਸ ਸੀਗਾ। ਇਹ ਪਹਿਲਾ ਸੁਲਤਾਨ ਹੋਇਆ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਤੈਮੂਰ ਸ਼ਾਹ ਨੇ ਭਾਰਤ 'ਤੇ ਹਮਲਾ ਕਦੋਂ ਕੀਤਾ ਸੀ? ਕਿਹੜੇ ਈਅਰ ਦੇ ਵਿੱਚ ਕੀਤਾ ਸੀ? 1288, 1398, 1260 ਜਾਂ ਫਿਰ 1316 ਈਸਵੀ ਦੇ ਵਿੱਚ। ਤਾਂ ਤੈਮੂਰ ਸ਼ਾਹ ਨੇ ਭਾਰਤ 'ਤੇ ਹਮਲਾ ਸੀ ਜਿਹੜਾ 1398 ਈਸਵੀ ਦੇ ਵਿੱਚ ਕੀਤਾ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹੇਠਾਂ ਦਿੱਤੇ ਸ਼ਾਸਕਾਂ ਦੇ ਵਿੱਚੋਂ ਕਿਸ ਨੇ ਵਾਰੰਗਲ ਦੇ ਸ਼ਾਸਕ ਪ੍ਰਤਾਪ ਰੁਦਰਦੇਵ ਤੋਂ ਕੋਹਿਨੂਰ ਹੀਰਾ ਸੀ ਜਿਹੜਾ ਪ੍ਰਾਪਤ ਕੀਤਾ ਸੀ? ਅਲਾਉਦੀਨ ਖਿਲਜੀ, ਇਲਤੁਤਮਿਸ, ਬਲਬਨ ਜਾਂ ਫਿਰ ਰਜ਼ੀਆ। ਤਾਂ ਇਹ ਸ਼ਾਸਕ ਸੀਗਾ ਅਲਾਉਦੀਨ ਖਿਲਜੀ, ਜਿਹਨੇ ਵਾਰੰਗਲ ਦਾ ਸ਼ਾਸਕ ਹੋਇਆ ਪ੍ਰਤਾਪ ਰੁਦਰਦੇਵ। ਇਸ ਤੋਂ ਕੋਹਿਨੂਰ ਹੀਰਾ ਸੀ ਜਿਹੜਾ ਉਹ ਪ੍ਰਾਪਤ ਕੀਤਾ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕੁਤਬ ਮੀਨਾਰ ਦੇ ਮੁੱਖ ਭਾਗ ਕਿਸ ਨੇ ਬਣਵਾਏ ਸੀ? ਕੁਤਬਦੀਨ ਐਬਕ ਨੇ, ਇਲਤੁਤਮਿਸ ਨੇ, ਬਲਬਨ ਨੇ ਜਾਂ ਫਿਰ ਜੀਆ ਸੁਲਤਾਨ ਨੇ। ਤਾਂ ਕੁਤਬ ਮੀਨਾਰ ਜੋ ਇਮਾਰਤ ਹੈ ਤਾਂ ਇਹਦੇ ਮੁੱਖ ਭਾਗ ਸੀ ਜਿਹੜੇ ਇਲਤੁਤਮਿਸ ਨੇ ਬਣਾਏ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅੱਗੇ ਸਹੀ ਮਿਲਾਨ ਕਰਨੇ ਹੈ। ਦੀਵਾਨ-ਏ-ਕੋਹੀ, ਤਾਂ ਇਹਦਾ ਸਹੀ ਮਿਲਾਨ ਕਿਸ ਨਾਲ ਹੋਏਗਾ ਤਾਂ ਇਹ ਦੱਸਣਾ ਹੈ, ਕਿਉਂਕਿ ਅਕਸਰ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੀ ਸਾਰਨੀ ਵੀ ਆ ਜਾਂਦੀ ਹੈ। ਤਾਂ ਦੀਵਾਨ-ਏ-ਕੋਹੀ ਮੁਹੰਮਦ ਬਿਨ ਤੁਗਲਕ, ਦੀਵਾਨ-ਏ-ਖੈਰਾਤ ਫਿਰੋਜ਼ ਸ਼ਾਹ ਤੁਗਲਕ, ਦੀਵਾਨ-ਏ-ਮੁਸਤਖਰਾਜ ਅਲਾਉਦੀਨ ਖਿਲਜੀ, ਦੀਵਾਨ-ਏ-ਇੰਸਾ ਸ਼ਾਹੀ ਦਰਬਾਰ ਦਾ ਪੱਤਰ ਵਿਹਾਰ। ਤਾਂ ਨੀਚੇ ਜਿਹੜਾ ਸਾਰਨੀ ਦੇ ਹਿਸਾਬ ਨਾਲ ਆਨਸਰ ਹੈ ਉਹ ਊੜਾ ਆਏਗਾ। ਸੋ ਕਈ ਵਾਰ ਇਕੱਲੇ ਇਕੱਲੇ ਕੁਐਸਚਨ ਵੀ ਆ ਜਾਂਦੇ ਹੈ ਅਤੇ ਕਈ ਵਾਰ ਸਾਰਨੀ ਦੇ ਰੂਪ ਵਿੱਚ ਵੀ ਕੁਐਸਚਨ ਜਿਹੜੇ ਪੁੱਛੇ ਜਾਂਦੇ ਆ। ਇਹਨਾਂ ਵਿੱਚੋਂ ਕਿਹੜਾ ਫਿਰੋਜ਼ ਸ਼ਾਹ ਤੁਗਲਕ ਦੁਆਰਾ ਵਸਾਇਆ ਗਿਆ ਸ਼ਹਿਰ ਨਹੀਂ ਹੈ? ਫਤਿਹਗੜ੍ਹ, ਫਿਰੋਜ਼ਾਬਾਦ, ਤੁਗਲਕਾਬਾਦ ਜਾਂ ਜੌਨਪੁਰ। ਤਾਂ ਇਹ ਸ਼ਹਿਰ ਹੈ ਜੀ ਤੁਗਲਕਾਬਾਦ, ਜਿਹੜਾ ਫਿਰੋਜ਼ ਸ਼ਾਹ ਤੁਗਲਕ ਦੇ ਦੁਆਰਾ ਨਹੀਂ ਵਸਾਇਆ ਗਿਆ। ਸੋ ਨਹੀਂ ਦੇ ਵਿੱਚ ਐਗਜ਼ਾਮ ਦੇ ਵਿੱਚ ਕੁਐਸਚਨ ਦਾ ਪੁੱਛ ਲਿਆ ਜਾਂਦਾ ਹੈ। ਟੋਪਰਾ ਤੇ ਮੇਠ ਤੋਂ ਅਸ਼ੋਕ ਦੇ ਸਤੰਭ ਦਿੱਲੀ ਲਿਆਉਣ ਵਾਲਾ ਸ਼ਾਸਕ ਕੌਣ ਸੀਗਾ? ਜੋ ਰਾਜਾ ਅਸ਼ੋਕ ਹੋਇਆ ਇਹਦਾ ਸਤੰਭ ਦਿੱਲੀ ਲਿਆਂਦਾ ਸੀ ਟੋਪਰਾ ਤੇ ਮੇਠ ਤੋਂ। ਉਸ ਸ਼ਾਸਕ ਦਾ ਨਾਮ ਦੱਸਣਾ ਹੈ। ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਗਿਆਸੁਦੀਨ ਮਹਿਮੂਦ ਜਾਂ ਇਲਤੁਤਮਿਸ। ਤਾਂ ਇਹ ਸ਼ਾਸਕ ਸੀਗਾ ਜੀ ਫਿਰੋਜ਼ ਸ਼ਾਹ ਤੁਗਲਕ, ਜਿਹਨੇ ਰਾਜੇ ਅਸ਼ੋਕ ਦਾ ਸਤੰਭ ਜਿਹੜਾ ਦਿੱਲੀ ਲਿਆਂਦਾ ਸੀਗਾ ਟੋਪਰਾ ਤੇ ਮੇਰਠ ਤੋਂ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਫਿਰੋਜ਼ ਸ਼ਾਹ ਤੁਗਲਕ ਦੇ ਪ੍ਰਧਾਨ ਮੰਤਰੀ ਦਾ ਕੀ ਨਾਮ ਸੀ? ਮਲ ਇਕਬਾਲ ਖਾਂ, ਖਾਨ-ਏ-ਜਹਾਨ ਮਕਬੂਲ, ਨਾਸਰੁਦੀਨ ਮਹਿਮੂਦ, ਮੌਲਾਨਾ ਨਾਸਰੁਦੀਨ ਉਮਰ। ਤਾਂ ਫਿਰੋਜ਼ ਸ਼ਾਹ ਤੁਗਲਕ ਦਾ ਜੋ ਪ੍ਰਧਾਨ ਮੰਤਰੀ ਸੀ ਤਾਂ ਉਸ ਦਾ ਨਾਮ ਖਾਨ-ਏ-ਜਹਾਨ ਮਕਬੂਲ ਸੀਗਾ। ਜਾਂ ਇਹ ਵੀ ਪੁੱਛ ਲੈਂਦਾ ਖਾਨ-ਏ-ਮਹਾਨ ਮਕਬੂਲ ਕੌਣ ਸੀਗਾ?
ਆਪਸ਼ਨਾਂ ਦੇ ਵਿੱਚ ਆ ਜਾਏਗਾ ਤੁਹਾਨੂੰ ਫਿਰੋਜ਼ ਸ਼ਾਹ ਤੁਗਲਕ ਜਾਂ ਆ ਜਾਏਗਾ ਪ੍ਰਧਾਨ ਮੰਤਰੀ। ਤਾਂ ਇਹ ਫਿਰੋਜ਼ ਸ਼ਾਹ ਤੁਗਲਕ ਦਾ ਪ੍ਰਧਾਨ ਮੰਤਰੀ ਸੀ ਖਾਨ ਏ ਜਹਾਨ ਮਕਬੂਲ। ਅਗਲਾ ਪ੍ਰਸ਼ਨ ਹੈ ਫਿਰੋਜ਼ ਸ਼ਾਹ ਤੁਗਲਕ ਦੀ ਮੌਤ ਕਦੋਂ ਹੋਈ ਸੀ, ਕਿਹੜੇ ਈਅਰ ਦੇ ਵਿੱਚ ਹੋਈ ਸੀ? 1387, 1388, 1399 ਜਾਂ ਫਿਰ 1390 ਦੇ ਵਿੱਚ। ਤਾਂ ਫਿਰੋਜ਼ ਸ਼ਾਹ ਤੁਗਲਕ ਦੀ ਮੌਤ ਸੀ ਜਿਹੜੀ 1388 ਈਸਵੀ ਦੇ ਵਿੱਚ ਹੋਈ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਦੀਵਾਨ ਏ ਖੈਰਾਤ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ ਸੀ? ਇਲਤੁਤਮਿਸ ਨੇ, ਬਲਬਨ ਨੇ, ਰਜ਼ੀਆ ਨੇ ਜਾਂ ਫਿਰੋਜ਼ ਸ਼ਾਹ ਤੁਗਲਕ ਨੇ। ਹੁਣ ਆਪਾਂ ਸਾਰਨੀ ਦੇ ਵਿੱਚ ਜਿਹੜਾ ਪੜ੍ਹ ਕੇ ਆਏ ਹਾਂ, ਦੀਵਾਨ ਏ ਖੈਰਾਤ ਇਹ ਸਾਰੇ ਵਿਭਾਗਾਂ ਦੇ ਨਾਮ ਸੀ। ਤਾਂ ਹੁਣ ਇਕੱਲਾ ਕੁਐਸਚਨ ਨਿਕਲ ਕੇ ਆਇਆ। ਤਾਂ ਦੀਵਾਨ ਏ ਖੈਰਾਤ ਵਿਭਾਗ ਦੀ ਸਥਾਪਨਾ ਸੀ ਜਿਹੜੀ ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ ਸੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਮੁਹੰਮਦ ਤੁਗਲਕ ਕੌਣ ਸੀਗਾ? ਪਰਸ਼ੀਅਨ ਸੀਗਾ, ਤੁਰਕ ਸੀ, ਅਫਗਾਨ ਸੀ ਜਾਂ ਫਿਰ ਈਰਾਨੀ ਸੀ? ਤਾਂ ਮੁਹੰਮਦ ਤੁਗਲਕ ਸੀ ਜਿਹੜਾ ਇਹ ਤੁਰਕ ਸ਼ਾਸਕ ਸੀਗਾ। ਤਾਂ ਇੱਥੇ ਤੁਰਕ ਆ ਜਾਏਗਾ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਲੋਧੀ ਸ਼ਾਸਕ ਕਿਸ ਨਾਲ ਸੰਬੰਧਿਤ ਸਨ? ਪਰਸ਼ੀਅਨ, ਤੁਰਕ, ਅਫਗਾਨ ਜਾਂ ਫਿਰ ਈਰਾਨੀ? ਤਾਂ ਲੋਧੀ ਸ਼ਾਸਕ ਜਿਹੜੇ ਹੋਏ ਨੇ ਉਹ ਅਫਗਾਨ ਨਾਲ ਸੰਬੰਧਿਤ ਸੀਗੇ, ਅਫਗਾਨ ਸੀਗੇ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਹਾਕੇ ਸ਼ਰਾਬ ਟੈਕਸ ਸੀ ਕਿਸ 'ਤੇ ਲਗਾਇਆ ਜਾਂਦਾ ਸੀਗਾ? ਹਾਕੇ ਸ਼ਰਾਬ, ਸਿੰਚਾਈ ਕਰ, ਭੂਮੀ ਕਰ, ਹੱਜ ਕਰ ਜਾਂ ਫਿਰ ਧਾਰਮਿਕ ਕਰ? ਹਾਕੇ ਸ਼ਰਾਬ ਸੀ ਜਿਹੜਾ ਟੈਕਸ ਸੀ ਇਹ ਸਿੰਚਾਈ ਕਰ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਜੀਤਲ ਅਤੇ ਟੰਕਾ ਕਿਸ ਧਾਤ ਤੋਂ ਬਣਾਏ ਗਏ ਸੀ? ਤਾਂਬਾ ਤੇ ਜ਼ਿੰਕ ਤੋਂ, ਜ਼ਿੰਕ ਤੇ ਚਾਂਦੀ ਤੋਂ, ਲੋਹਾ ਤੇ ਚਾਂਦੀ ਤੋਂ ਜਾਂ ਤਾਂਬਾ ਤੇ ਚਾਂਦੀ ਤੋਂ? ਤਾਂ ਜੀਤਲ ਅਤੇ ਟੰਕਾ ਸੀ ਜਿਹੜੇ ਇਹ ਤਾਂਬਾ ਤੇ ਚਾਂਦੀ ਧਾਤ ਤੋਂ ਬਣਾਏ ਗਏ ਸੀਗੇ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਬੰਗਾਲ ਵਿੱਚ ਤੁਗਰਲ ਖਾਂ ਦਾ ਵਿਰੋਧ ਕਿਸ ਦੇ ਸਮੇਂ ਵਿੱਚ ਹੋਇਆ ਸੀ? ਬਲਬਨ ਦੇ, ਇਲਤੁਤਮਿਸ ਦੇ, ਅਲਾਉਦੀਨ ਖਿਲਜੀ ਦੇ ਜਾਂ ਫਿਰ ਖਿਜ਼ਰ ਖਾਂ ਦੇ? ਤਾਂ ਬੰਗਾਲ ਵਿੱਚ ਤੁਗਰਲ ਖਾਂ ਦਾ ਜਿਹੜਾ ਵਿਰੋਧ ਸੀ ਉਹ ਬਲਬਨ ਦੇ ਸਮੇਂ ਹੋਇਆ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੰਗੋਲ ਨੇਤਾ ਧਰਮਸਰੀਨ ਨੇ ਕਿਸ ਦੇ ਸਮੇਂ ਭਾਰਤ 'ਤੇ ਹਮਲਾ ਕਰਿਆ ਸੀ? ਇਲਤੁਤਮਿਸ ਦੇ, ਬਲਬਨ ਦੇ, ਮੁਹੰਮਦ ਬਿਨ ਤੁਗਲਕ ਦੇ ਜਾਂ ਫਿਰੋਜ਼ ਸ਼ਾਹ ਤੁਗਲਕ ਦੇ? ਤਾਂ ਮੰਗੋਲ ਨੇਤਾ ਹੋਇਆ ਹੈ ਧਰਮਸਰੀਨ। ਤਾਂ ਇਸ ਨੇ ਜਿਹੜਾ ਮੁਹੰਮਦ ਬਿਨ ਤੁਗਲਕ ਦੇ ਸਮੇਂ ਭਾਰਤ 'ਤੇ ਹਮਲਾ ਕੀਤਾ ਸੀ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਗਰੀਬ ਲੋਕਾਂ ਦੀ ਵਰਤੋਂ ਲਈ ਘੱਟ ਮੁੱਲ ਵਾਲੇ ਸਿੱਕੇ ਜਿਹਨੂੰ ਅੱਧੀ ਜੀਤਲ ਕਿਹਾ ਜਾਂਦਾ ਹੈ ਸ਼ੁਰੂ ਕਰਨ ਦਾ ਸਿਹਰਾ ਕਿਸ ਦੇ ਸਿਰ ਜਾਂਦਾ ਹੈ? ਫਿਰੋਜ਼ ਤੁਗਲਕ ਦੇ, ਮੁਹੰਮਦ ਬਿਨ ਤੁਗਲਕ ਦੇ, ਗਿਆਸੂਦੀਨ ਤੁਗਲਕ ਜਾਂ ਅਲਾਉਦੀਨ ਖਿਲਜੀ? ਤਾਂ ਗਰੀਬ ਲੋਕਾਂ ਲਈ ਘੱਟ ਮੁੱਲ ਵਾਲੇ ਸਿੱਕੇ ਅੱਧੀ ਜੀਤਲ ਜਿਹਨੇ ਸ਼ੁਰੂ ਕੀਤੇ ਸੀਗੇ ਉਹ ਸੀਗਾ ਫਿਰੋਜ਼ ਤੁਗਲਕ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਹੀ ਕ੍ਰਮ ਚੁਣਨਾ ਹੈ। ਅਲਾਉਦੀਨ ਖਿਲਜੀ ਜੋ ਸ਼ਾਸਕ ਹੋਇਆ ਇਹਦੀਆਂ ਜਿੱਤਾਂ ਦਾ ਪਹਿਲਾਂ ਕਿਹੜੀ ਸੀ ਫਿਰ ਕਿਹੜੀ ਸੀ, ਇਸ ਤਰ੍ਹਾਂ। ਤਾਂ ਇਹ ਸਹੀ ਕ੍ਰਮ ਬਣਦਾ ਹੈ ਆਪਸ਼ਨ ਊੜਾ। ਗੁਜਰਾਤ, ਰਣਥੰਭੌਰ, ਚਿਤੌੜ, ਮਾਲਵਾ ਅਤੇ ਜਲੌਰ। ਸੋ ਪਹਿਲੀਆਂ ਦੋ ਯਾਦ ਕਰ ਲਿਆ ਕਰੋ, ਇਹਦੇ ਵਿੱਚ ਸਾਰੀਆਂ ਕਰਨ ਦੀ ਜ਼ਰੂਰਤ ਨਹੀਂ। ਜਿਵੇਂ ਗੁਜਰਾਤ ਅਤੇ ਰਣਥੰਭੌਰ ਤਾਂ ਅਲਾਉਦੀਨ ਖਿਲਜੀ ਦਾ ਜਿੱਤਾਂ ਦਾ ਇਹ ਸਹੀ ਕ੍ਰਮ ਹੈ। ਜਾਂ ਪਿਛਲੀਆਂ ਦੋ ਕਰ ਲਿਆ ਕਰੋ, ਮਾਲਵਾ, ਜਲੌਰ। ਇਹਦੇ ਵਿੱਚ ਇਹੀ ਟ੍ਰਿਕ ਹੈ ਜਿਹੜੀ ਹੁੰਦੀ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਲਤਨਤ ਕਾਲ ਦੀ ਆਮਦਨ ਦਾ ਮੁੱਖ ਸਾਧਨ ਕਿਹੜਾ ਸੀਗਾ? ਕਿਸ ਤੋਂ ਮੁੱਖ ਆਮਦਨ ਹੁੰਦੀ ਸੀ? ਮੁੱਖ ਸਾਧਨ ਖੇਤੀਬਾੜੀ ਤੋਂ ਪ੍ਰਾਪਤ ਜੋ ਕਰ ਸੀਗੇ, ਲਗਾਨ ਸੀ, ਵਣਜ ਤੇ ਵਪਾਰ ਤੋਂ ਪ੍ਰਾਪਤ ਕਰ, ਲੁੱਟ ਦੇ ਮਾਲ ਤੋਂ ਕਰ
ਜਾਂ ਆਪਣੇ ਅਧੀਨ ਸ਼ਾਸਕਾਂ ਤੋਂ ਪ੍ਰਾਪਤ ਕਰ। ਤਾਂ ਜੋ ਸਲਤਨਤ ਕਾਲ ਸੀ ਤਾਂ ਇਹਦੀ ਆਮਦਨ ਦਾ ਜਿਹੜਾ ਮੁੱਖ ਸਾਧਨ ਸੀ ਜੋ ਖੇਤੀਬਾੜੀ ਤੋਂ ਕਰ ਪ੍ਰਾਪਤ ਹੁੰਦੇ ਸੀ, ਲਗਾਨ ਪ੍ਰਾਪਤ ਹੁੰਦੇ ਸੀ, ਉਹੀ ਮੁੱਖ ਸਾਧਨ ਸੀਗਾ ਸਲਤਨਤ ਕਾਲ ਦਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਉੱਤੇ ਟੈਕਸ ਹੈ ਜਿਹੜਾ ਕਿਹੜੇ ਸ਼ਾਸਕ ਨੇ ਸ਼ੁਰੂ ਕੀਤਾ ਸੀ? ਮੁਹੰਮਦ ਬਿਨ ਤੁਗਲਕ ਨੇ, ਅਲਾਉਦੀਨ ਖਿਲਜੀ ਨੇ, ਸਿਕੰਦਰ ਲੋਧੀ ਨੇ ਜਾਂ ਫਿਰੋਜ਼ ਸ਼ਾਹ ਤੁਗਲਕ ਨੇ। ਤਾਂ ਜੋ ਦੁੱਧ ਦੇਣ ਵਾਲੇ ਪਸ਼ੂ ਸੀਗੇ ਤਾਂ ਇਹਨਾਂ ਦੇ ਮਾਲਕਾਂ ਉੱਤੇ ਜਿਹੜਾ ਟੈਕਸ ਸੀਗਾ ਇਹ ਅਲਾਉਦੀਨ ਖਿਲਜੀ ਨੇ ਸ਼ੁਰੂ ਕੀਤਾ ਸੀਗਾ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪਹਿਲਾ ਦਿੱਲੀ ਸੁਲਤਾਨ ਜਿਸ ਨੇ ਕੱਪੜੇ ਦੀ ਫੈਕਟਰੀ ਦੀ ਸ਼ੁਰੂਆਤ ਕੀਤੀ ਸੀ, ਉਸ ਸੁਲਤਾਨ ਦਾ ਨਾਮ ਦੱਸਣਾ ਹੈ। ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਰਜੀਆ ਸੁਲਤਾਨ ਜਾਂ ਨਸਰੁਦੀਨ ਮਹਿਮੂਦ। ਤਾਂ ਉਹ ਪਹਿਲਾ ਸੁਲਤਾਨ ਜਿਹਨੇ ਕੱਪੜੇ ਦੀ ਫੈਕਟਰੀ ਦੀ ਸ਼ੁਰੂਆਤ ਕੀਤੀ ਸੀ ਤਾਂ ਫਿਰੋਜ਼ ਸ਼ਾਹ ਤੁਗਲਕ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਆਮਿਲ ਕਿਸ ਪ੍ਰਸ਼ਾਸਨਿਕ ਇਕਾਈ ਦਾ ਮੁੱਖ ਅਧਿਕਾਰੀ ਹੈ? ਆਮਿਲ ਪਰਗਨਾ, ਪ੍ਰਾਂਤ, ਜ਼ਿਲ੍ਹਾ ਜਾਂ ਫਿਰ ਪਿੰਡ ਦਾ। ਤਾਂ ਆਮਿਲ ਸੀ ਤਾਂ ਇਹ ਪਰਗਨਾ ਜੋ ਇਕਾਈ ਸੀ ਤਾਂ ਇਹਦਾ ਮੁੱਖ ਅਧਿਕਾਰੀ ਹੁੰਦਾ ਸੀਗਾ ਪਰਗਨੇ ਦਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪਹਿਲਾ ਸ਼ਾਸਕ ਜਿਸ ਦੀਆਂ ਨਿਆਇਕ ਨੀਤੀਆਂ ਉਲਮਾ 'ਤੇ ਵੀ ਲਾਗੂ ਹੁੰਦੀਆਂ ਸੀ, ਕਿਹੜਾ ਸ਼ਾਸਕ ਸੀਗਾ? ਬਲਬਨ, ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ ਜਾਂ ਆਰਾਮ ਸ਼ਾਹ। ਤਾਂ ਇਹ ਸ਼ਾਸਕ ਸੀਗਾ ਜਿਹਨੇ ਜੋ ਨਿਆਂ ਸੰਬੰਧੀ ਨੀਤੀਆਂ ਬਣਾਈਆਂ ਗਈਆਂ ਸੀ ਉਹ ਉਲਮਾ 'ਤੇ ਵੀ ਲਾਗੂ ਹੁੰਦੀਆਂ ਸੀ ਤਾਂ ਉਹ ਸੀਗਾ ਫਿਰੋਜ਼ ਸ਼ਾਹ ਤੁਗਲਕ। ਸੋ ਇਸ ਤਰ੍ਹਾਂ ਇਹ ਪਹਿਲਾ ਸ਼ਾਸਕ ਸੀ ਜਿਹੜੀਆਂ ਇਹਦੀਆਂ ਨਿਆਇਕ ਨੀਤੀਆਂ ਸੀ ਉਹ ਉਲਮਾ 'ਤੇ ਵੀ ਲਾਗੂ ਹੁੰਦੀਆਂ ਸੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਅੱਲਾਹ ਨੇ ਮੈਨੂੰ ਕਈ ਦਾਤਾਂ ਬਖਸ਼ੀਆਂ ਹਨ ਅਤੇ ਇਹਨਾਂ ਵਿੱਚੋਂ ਇੱਕ ਹੈ ਸਰਵਜਨਿਕ ਭਵਨ ਬਣਾਉਣ ਦੀ ਚਾਹ। ਇਹ ਸ਼ਬਦ ਜਿਹੜੇ ਕਿਸ ਨੇ ਕਹੇ ਸੀ, ਕਿਹੜੇ ਸ਼ਾਸਕ ਨੇ ਕਹੇ ਸੀ? ਮੁਹੰਮਦ ਬਿਨ ਤੁਗਲਕ ਨੇ, ਫਿਰੋਜ਼ ਸ਼ਾਹ ਤੁਗਲਕ ਨੇ, ਬਹਿਰਾਮ ਸ਼ਾਹ ਨੇ ਜਾਂ ਗਿਆਸੁਦੀਨ ਤੁਗਲਕ ਨੇ। ਤਾਂ ਇਹ ਸ਼ਬਦ ਸੀ ਜਿਹੜੇ ਫਿਰੋਜ਼ ਸ਼ਾਹ ਤੁਗਲਕ ਨੇ ਕਹੇ ਸੀਗੇ। ਕਈ ਵਾਰ ਇਨਵਾਈਟਡ ਕੌਮਿਆਂ ਦੇ ਵਿੱਚ ਇਹ ਲਾਈਨ ਪਾ ਦਿੱਤੀ ਜਾਂਦੀ ਹੈ ਐਗਜ਼ਾਮ ਦੇ ਵਿੱਚ ਕਿ ਇਹ ਸ਼ਬਦ ਜਿਹੜੇ ਕਿਸ ਨੇ ਕਹੇ ਸੀ। ਸੋ ਹਰ ਕਿਸੇ ਦੇ ਯਾਦ ਨਹੀਂ ਰਹਿੰਦਾ, ਇਹਦੇ ਵਿੱਚ ਤੁੱਕ ਹੀ ਹੁੰਦੇ ਨੇ। ਕੋਈ ਉਮੀਦਵਾਰ ਹੋਏਗਾ ਜਿਹੜਾ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਯਾਦ ਰੱਖ ਸਕਦਾ ਹੈ ਕਿਉਂਕਿ ਜ਼ਿਆਦਾ ਡੀਪਲੀ ਇਹ ਕੁਐਸਚਨ ਬਣ ਜਾਂਦੇ ਨੇ। ਤਾਂ ਫਿਰੋਜ਼ ਸ਼ਾਹ ਤੁਗਲਕ ਨੇ ਇਹ ਸ਼ਬਦ ਸੀ ਜਿਹੜੇ ਕਹੇ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਲਤਨਤ ਕਾਲ ਦਾ ਅਕਬਰ ਕਿਸ ਸ਼ਾਸਕ ਨੂੰ ਮੰਨਿਆ ਜਾਂਦਾ ਹੈ? ਮੁਹੰਮਦ ਬਿਨ ਤੁਗਲਕ ਨੂੰ, ਫਿਰੋਜ਼ ਸ਼ਾਹ ਤੁਗਲਕ ਨੂੰ, ਬਹਿਰਾਮ ਸ਼ਾਹ ਨੂੰ ਜਾਂ ਫਿਰ ਗਿਆਸੁਦੀਨ ਤੁਗਲਕ ਨੂੰ। ਤਾਂ ਸਲਤਨਤ ਕਾਲ ਦਾ ਅਕਬਰ ਹੈ ਜਿਹੜਾ ਇਹ ਫਿਰੋਜ਼ ਸ਼ਾਹ ਤੁਗਲਕ ਨੂੰ ਹੈ ਜਿਹੜਾ ਮੰਨਿਆ ਜਾਂਦਾ ਹੈ ਸਲਤਨਤ ਕਾਲ ਦਾ ਅਕਬਰ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਫਿਰੋਜ਼ ਤੁਗਲਕ ਆਪਣੇ ਯੁੱਗ ਦਾ ਸਭ ਤੋਂ ਵੱਧ ਹੱਠ ਧਰਮੀ ਸ਼ਾਸਕ ਸੀ ਜੋ ਆਪਣੇ ਧਾਰਮਿਕ ਜਨੂੰਨ ਵਿੱਚ ਸਿਕੰਦਰ ਲੋਧੀ ਅਤੇ ਔਰੰਗਜ਼ੇਬ ਦਾ ਅਗਵਾਨ ਸੀ। ਇਹ ਸ਼ਬਦ ਹੈ ਜਿਹੜੇ ਕਿਸ ਇਤਿਹਾਸਕਾਰ ਨੇ ਕਹੇ ਸੀ? ਵਿੱਚੇ 4 ਇਤਿਹਾਸਕਾਰ ਦੇ ਨਾਮ ਦਿੱਤੇ ਗਏ ਨੇ। VA ਸਮਿਥ, KS ਲਾਲ, RC ਮਜੂਮਦਾਰ ਜਾਂ ਫਿਰ AL ਸ੍ਰੀਵਾਸਤਵ। ਤਾਂ ਇਹ ਸ਼ਬਦ ਸੀ ਜਿਹੜੇ RC ਮਜੂਮਦਾਰ ਨੇ ਕਹੇ ਸੀਗੇ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਤੈਮੂਰ ਨੇ 1398 ਈਸਵੀ ਵਿੱਚ ਭਾਰਤ 'ਤੇ ਹਮਲਾ ਦਿੱਲੀ ਸਲਤਨਤ ਦੇ ਕਿਹੜੇ ਸ਼ਾਸਕ ਦੇ ਸਮੇਂ ਕੀਤਾ ਸੀ? ਤਾਂ ਉਸ ਸਮੇਂ ਦਿੱਲੀ ਸਲਤਨਤ ਦਾ ਕਿਹੜਾ ਸ਼ਾਸਕ ਸੀ ਜਦੋਂ ਤੈਮੂਰ ਨੇ 1398 ਈਸਵੀ ਵਿੱਚ ਭਾਰਤ 'ਤੇ ਹਮਲਾ ਕੀਤਾ ਸੀ? ਮੁਹੰਮਦ ਸ਼ਾਹ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਨੁਸਰਤ ਸ਼ਾਹ ਜਾਂ ਅਬੂ ਬਕਰ। ਤਾਂ ਉਸ ਸਮੇਂ ਦਿੱਲੀ ਸਲਤਨਤ ਦਾ ਜਿਹੜਾ ਸ਼ਾਸਕ ਸੀਗਾ ਮੁਹੰਮਦ ਸ਼ਾਹ ਤੁਗਲਕ ਸੀ ਜਦੋਂ ਤੈਮੂਰ ਨੇ 1398 ਈਸਵੀ ਦੇ ਵਿੱਚ ਭਾਰਤ 'ਤੇ ਹਮਲਾ ਕੀਤਾ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਤੈਮੂਰ ਨੇ ਵਾਪਸੀ ਸਮੇਂ ਕਿਸ ਨੂੰ ਪੰਜਾਬ ਦਾ ਸ਼ਾਸਕ ਹੈ ਜਿਹੜਾ ਨਿਯੁਕਤ ਕੀਤਾ ਸੀ? ਨੁਸਰਤ ਸ਼ਾਹ, ਮੁਹੰਮਦ ਸ਼ਾਹ, ਖਿਜ਼ਰ ਖਾਂ ਜਾਂ ਬਹਿਲੋਲ ਲੋਧੀ। ਤਾਂ ਤੈਮੂਰ ਨੇ ਵਾਪਸੀ ਸਮੇਂ ਪੰਜਾਬ ਦਾ ਜਿਹੜਾ ਸ਼ਾਸਕ ਹੈ ਉਹ ਖਿਜ਼ਰ ਖਾਂ ਨੂੰ ਨਿਯੁਕਤ ਕੀਤਾ ਸੀਗਾ।
ऑप्शन ए डी ਤੁਹਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਖਿਜ਼ਰ ਖਾਨ ਦਿੱਲੀ ਸਲਤਨਤ ਦੇ ਕਿਸ ਵੰਸ਼ ਦਾ ਮੋਢੀ ਹੈ? ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼ ਜਾਂ ਫਿਰ ਮੁਗਲ ਵੰਸ਼ ਦਾ। ਤਾਂ ਖਿਜ਼ਰ ਖਾਨ ਦਿੱਲੀ ਸਲਤਨਤ ਦੇ ਸੈਯਦ ਵੰਸ਼ ਦਾ ਜਿਹੜਾ ਮੋਢੀ ਸੀ, ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਤੈਮੂਰ ਦਾ ਜਨਮ 1334 ਈਸਵੀ ਨੂੰ ਕਿੱਥੇ ਹੋਇਆ? ਈਰਾਨ, ਕਾਬੁਲ, ਮੱਧ ਏਸ਼ੀਆ ਦੇ ਕੇਚ ਵਿੱਚ ਜਾਂ ਅਫਗਾਨਿਸਤਾਨ ਵਿੱਚ। ਤਾਂ ਤੈਮੂਰ ਦਾ ਜਨਮ 1334 ਦੇ ਵਿੱਚ ਮੱਧ ਏਸ਼ੀਆ ਕੇਚ ਦੇ ਵਿੱਚ ਹੋਇਆ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੱਲ੍ਹ ਨੂੰ ਅਗਲਾ ਨਵਾਂ ਟੌਪਿਕ ਹੈ ਜਿਹੜਾ ਆਪਾਂ ਸਟਾਰਟ ਕਰਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਟੌਪਿਕ ਦੇ ਨਾਲ, ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ।